कोविड-19 ने जिथे सारी दुनिया ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਉੱਥੇ ਸਟੂਡੈਂਟ ਵੀ ਬਚੇ ਨਜ਼ਰ ਨਹੀਂ ਆ ਰਹੇ। ਇਸ ਵੇਲੇ ਸਟੂਡੈਂਟ ਇੱਥੇ ਜਿਹੜੇ ਮੌਜੂਦ ਨੇ ਇਹਨਾਂ ਦੀਆਂ ਕੁਝ ਮੰਗਾਂ ਨੇ, ਮੰਗਾਂ ਇਹਨਾਂ ਦੇ ਮੂੰਹੋਂ ਹੀ ਸੁਣ ਲੈਣੇ ਕਿ ਕੀ ਮੰਗਾਂ ਲੈ ਕੇ ਅੱਜ ਇਹਨਾਂ ਨੇ ਮੀਡੀਆ ਦਾ ਰੁਖ ਕੀਤਾ। ਸਭ ਤੋਂ ਪਹਿਲੇ ਤੁਹਾਡਾ ਨਾਮ ਕੀ ਆ? मेरा नाम गगन बाली है जी। ਗਗਨ ਜੀ, ਕੀ ਮੁਸ਼ਕਲ ਹੈ ਅੱਜ ਤੁਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਹੋ? ਅਸੀਂ ਖਾਲਸਾ ਕਾਲਜ ਆਫ ਲਾਅ ਦੇ ਵਿੱਚ LLB ਫਾਈਨਲ ਈਅਰ ਦੇ ਸਟੂਡੈਂਟਸ ਹਾਂ ਜੀ। ਸਾਡੀ ਪਰੇਸ਼ਾਨੀ ਇਹ ਹੈ ਕਿ ਕੋਵਿਡ-19 ਦੇ ਵਿੱਚ ਸਰਕਾਰ ਨੇ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕਰਤਾ ਹੈ ਯੂਨੀਵਰਸਿਟੀਜ਼ ਨੂੰ ਕਿ ਬੱਚਿਆਂ ਦੇ ਐਗਜ਼ਾਮ ਜਿਹੜੇ 1 ਜੁਲਾਈ ਤੋਂ ਸ਼ੁਰੂ ਕੀਤੇ ਜਾਣ। ਸਾਡੀ ਹੁਣ ਮੇਨ ਪ੍ਰੋਬਲਮ ਇਹ ਹੈਗੀ ਕਿ ਇੱਕ ਤੇ ਅਸੀਂ ਕਲਾਸਿਸ ਵੀ ਨਹੀਂ ਲਾਈਆਂ ਔਰ ਜਿਹੜੀਆਂ ਕਲਾਸਿਸ ਆਨਲਾਈਨ ਲੱਗੀਆਂ ਉਹਦੇ ਤੇ ਸਿਰਫ ਔਰ ਸਿਰਫ ਸਾਨੂੰ ਟੌਪਿਕਸ ਹੀ ਦਿੱਤੇ ਗਏ ਨੇ, ਕੋਈ ਕਲਾਸ ਨਹੀਂ ਲਾਈ ਗਈ। ਚਲੋ ਉਹਦੀ ਵੀ ਕੋਈ ਪਰੇਸ਼ਾਨੀ ਨਹੀਂ, ਸਟੂਡੈਂਟਸ ਸਮਝਦਾਰ ਨੇ, ਤਿਆਰੀ ਕਰ ਲੈਂਦੇ ਨੇ। ਹੁਣ ਮੇਨ ਸਾਡੀ ਜਿਹੜੀ ਪ੍ਰੋਬਲਮ ਹੈ, ਸਾਡੇ ਦੇ ਅੱਧੇ ਤੋਂ ਵੱਧ ਜਿਹੜੇ ਸਟੂਡੈਂਟਸ ਨੇ ਬਾਹਰੀ ਸ਼ਹਿਰਾਂ ਤੋਂ ਆਉਂਦੇ ਨੇ, ਕੋਈ ਲੁਧਿਆਣੇ ਤੋਂ, ਕੋਈ ਗੁਰਦਾਸਪੁਰ ਤੋਂ, ਕੋਈ ਸੰਗਰੂਰ ਜ਼ਿਲ੍ਹੇ ਤੋਂ, ਕੋਈ ਹੋਰ ਮਲੇਰਕੋਟਲਾ ਤੋਂ ਆਉਂਦੇ ਨੇ। ਉਹ ਸਟੂਡੈਂਟ ਜਿਸ ਵੇਲੇ ਆਉਣਗੇ, ਟਰੈਵਲ ਕਰਨਗੇ, ਉਹਨਾਂ ਦੀ ਜਿਹੜੀ ਆਣੇ ਜਾਣੀ ਹੈ ਉਹ ਸਰਕਾਰੀ ਵਾਹਨਾਂ ਦੁਆਰਾ ਹੋਣਾ ਹੈ ਤੇ ਉਹਦੇ ਦੇ ਵਿੱਚ ਕਈ ਜਗ੍ਹਾ ਤੇ ਉਹਨਾਂ ਦੇ ਹੱਥ ਲੱਗਦੇ ਆ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਜਿਹੜਾ ਟੱਚਿੰਗ ਨਾਲ ਫੈਲ ਰਿਹਾ। ਅਸੀਂ ਕਾਲਜ ਉਸ ਤੋਂ ਬਾਅਦ ਆਵਾਂਗੇ, ਸਟੂਡੈਂਟਸ ਨੂੰ ਐਗਜ਼ਾਮ ਦੇਣ ਲਈ ਮਜਬੂਰ ਕੀਤਾ ਗਿਆ, ਉਹਨਾਂ ਨੂੰ ਪੇਪਰ ਦਿੱਤੇ ਜਾਣਗੇ, ਉਹ ਪੇਪਰ ਹੈਂਡ ਟੂ ਹੈਂਡ ਇੱਕ ਦੂਸਰੇ ਵੱਲ ਜਾਣਗੇ। ਕਿੰਨੀ ਵੀ ਪ੍ਰੀਕਾਸ਼ਨ ਲੈ ਲਓ, ਜਦੋਂ ਅਸੀਂ ਇੱਕ ਜਗ੍ਹਾ ਤੇ ਬੈਠਾਂਗੇ ਤੇ ਉੱਥੇ ਕੋਵਿਡ ਹੋਣ ਦਾ, ਕਰੋਨਾ ਹੋਣ ਦਾ ਬਹੁਤ ਜ਼ਿਆਦਾ ਖਤਰਾ ਵੱਧ ਜਾਂਦਾ ਹੈ। ਸਰਕਾਰ ਨੂੰ ਬਾਰ-ਬਾਰ ਅਸੀਂ ਚਿੱਠੀਆਂ ਲਿਖੀਆਂ, ਵਾਈਸ ਚਾਂਸਲਰ ਨੂੰ ਚਿੱਠੀ, ਕਾਲਜ ਦੇ ਪ੍ਰਿੰਸੀਪਲ ਨੂੰ ਚਿੱਠੀ, ਜਿਹੜੇ ਹੋਰ ਕਈ ਮਤਲਬ ਜਿਹੜੇ ਇਹਦੇ 'ਚ ਇਨਵੋਲਵ ਹੈਗੇ ਨੇ ਡਿਪਾਰਟਮੈਂਟਸ, ਉਹਨਾਂ ਨੂੰ ਆਪਾਂ ਲੈਟਰਸ ਲਿਖੀਆਂ, ਲੇਕਿਨ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਸਾਡੇ ਮਾਂ-ਬਾਪ ਜਿਨ੍ਹਾਂ ਨੇ ਸਾਨੂੰ 4 ਮਹੀਨੇ ਘਰੋਂ ਨਹੀਂ ਕੱਢਿਆ, ਅੱਜ ਪੇਪਰ ਦੇਣ ਲਈ ਕਿ ਸਾਨੂੰ ਕੱਢਣ ਲਈ ਉਹਨਾਂ ਨੂੰ ਕੋਈ ਮਜਬੂਰੀ ਨਹੀਂ ਹੈ। ਅਸੀਂ ਐਗਜ਼ਾਮ ਦੇਣ ਜਾ ਰਹੇ ਹਾਂ ਤੇ ਸਾਡੇ ਤੇ ਖਤਰਾ ਜ਼ਿਆਦਾ ਹੈ, ਟੈਨਸ਼ਨ ਦੇ ਵਿੱਚ ਅਸੀਂ ਜ਼ਿਆਦਾ, ਕਿਆ ਅਸੀਂ ਪੇਪਰ ਦੇ ਪਾਵਾਂਗੇ? ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਗੱਲ ਅਸੀਂ ਬਾਰ-ਬਾਰ ਆਪਣੀ ਲੈਟਰਸ ਦੇ ਥਰੂ ਉਹਨਾਂ ਨੂੰ ਜਾਣੂ ਕਰਵਾਈ। ਬਾਰ ਕੌਂਸਲ ਆਫ ਇੰਡੀਆ, ਉਹਨਾਂ ਨੇ ਸਾਨੂੰ ਲੈਟਰ ਲਿਖ ਕੇ ਸਾਫ਼ ਔਰ ਸਪਸ਼ਟ ਸ਼ਬਦਾਂ ਯੂਨੀਵਰਸਿਟੀਜ਼ ਨੂੰ, ਸਟੇਟ ਗਵਰਨਮੈਂਟਸ ਨੂੰ ਆਪਣੇ ਆਪਣੇ ਤੌਰ ਤੇ ਕਿਹਾ ਕਿ ਤੁਸੀਂ ਜੇ ਐਗਜ਼ਾਮ ਨਹੀਂ ਲੈ ਸਕਦੇ, ਕੋਵਿਡ ਦਾ ਖਤਰਾ ਹੈ, ਐਗਜ਼ਾਮ ਨਹੀਂ ਲੈ ਸਕਦੇ, ਤੁਸੀਂ ਕੋਈ ਵੀ ਆਲਟਰਨੇਟ ਐਡੀਕੁਏਟ ਮੈਥਡ ਜਿਹੜਾ ਕਿ ਸੈਟੀਸਫਾਈ ਕਰਦਾ ਤੁਹਾਨੂੰ ਪਾਸ ਕਰਨ ਦੇ ਵਿੱਚ, ਕੋਈ ਪ੍ਰੋਜੈਕਟ ਵਰਕ, ਕੋਈ ਰਿਸਰਚ ਵਰਕ, ਜਾਂ ਤੁਹਾਡੇ ਜਿਹੜੇ ਪਿਛਲੇ ਐਗਜ਼ਾਮ ਹੋਏ ਨੇ ਉਹਨਾਂ ਦੇ ਰਿਜ਼ਲਟ ਦੇ ਬੇਸ ਤੇ ਤੁਹਾਨੂੰ ਪ੍ਰਮੋਟ ਕੀਤਾ ਜਾ ਸਕਦਾ ਹੈ। ਜਦ ਇੱਕ ਐਡੀ ਵੱਡੀ ਬਾਰ ਕਾਉਂਸਲ ਆਫ ਇੰਡੀਆ ਹਦਾਇਤ ਦੇ ਰਹੀ ਤੇ ਸਰਕਾਰ ਉਹਦੀ ਉਲੰਘਣਾ ਕਿਉਂ ਕਰਨਾ ਚਾਹ ਰਹੀ ਹੈ? ਮੈਨੂੰ ਇਸ ਚੀਜ਼ ਦਾ ਕੋਈ ਸਮਝ ਨਹੀਂ ਆ ਰਿਹਾ। ਬਿਲਕੁਲ ਦੇਖਿਆ ਜਾਵੇ ਤਾਂ ਸਰਕਾਰਾਂ ਵੱਲੋਂ ਇੱਕ ਪਾਸੇ ਕਿਹਾ ਜਾ ਰਿਹਾ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਰਹੋ, ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖੋ, ਮਾਸਕ ਪਹਿਨ ਕੇ ਅੱਬਲ ਤੇ ਬਾਹਰ ਨਿਕਲੋ ਨਾ, ਜੀ ਨਿਕਲੋ ਤੇ ਮਾਸਕ ਪਹਿਨਣ ਤੋਂ ਬਿਨਾਂ ਬਾਹਰ ਨਾ ਨਿਕਲੋ। ਕਾਫੀ ਹਦਾਇਤਾਂ ਸਰਕਾਰਾਂ ਵੱਲੋਂ ਦਿੱਤੀਆਂ ਗਈਆਂ, ਪਰ ਅੱਜ ਇੱਕ ਨਵਾਂ ਚੈਲੰਜ ਤੁਹਾਡੇ ਸਾਹਮਣੇ ਖੜਾ ਹੋ ਗਿਆ ਕਿ 1 ਤਰੀਕ ਨੂੰ ਤੁਹਾਨੂੰ ਕਿਹਾ ਗਿਆ ਕਿ ਤੁਹਾਨੂੰ ਐਗਜ਼ਾਮ ਦੇਣ ਵਾਸਤੇ ਪਹੁੰਚਣਾ ਪਏਗਾ। ਕੀ ਕਹਿਣਾ ਚਾਹੁੰਦੇ ਹੋ? हाँ जी, ये तो साढ़े नाल बहुत ज़्यादा गलत किया है, क्योंकि फर्स्ट समैसटर सैकेंड समैसटर सारे प्रमोट करता है, बट फाइनल समैसटर ਨੂੰ प्रमोट नहीं करते पे। फाइनल ईयर ਦੇ ਬੱਚਿਆਂ ਨੂੰ ਕਹਿ ਰਹੇ ਨੇ ਐਗਜ਼ਾਮ ਦਿਓ ਕਿ ਉਹਨਾਂ ਦੇ ਸਰੀਰ ਨਹੀਂ ਹੈ, ਕਿ ਉਹਨਾਂ ਨੂੰ ਕੋਵਿਡ-19 ਨਹੀਂ ਹੋ ਸਕਦਾ। ਉਹਨਾਂ ਦਾ ਜਵਾਬ ਉਹਨਾਂ ਨੂੰ ਦੇਣਾ ਪੈਣਾ ਹੈ। ਬਿਲਕੁਲ ਤੁਹਾਡੇ ਵੱਲੋਂ ਤੇ ਇਹਨਾਂ ਵੱਲੋਂ ਜਿਹੜੇ ਸਟੂਡੈਂਟ ਨੇ ਇਹਨਾਂ ਵੱਲੋਂ ਖਾਸ ਕਰਕੇ ਕਿਹਾ ਜਾ ਰਿਹਾ ਕਿ ਕੁਝ ਨਾ ਕੁਝ ਹੱਲ ਕੀਤਾ ਜਾਵੇ, ਕਿ ਜ਼ਰੂਰੀ ਨੇ ਕਿ ਪੇਪਰ ਦੇਵਾਂਗੇ ਫਿਰ ਹੀ। ਪਹਿਲਾਂ ਜਿਹੜੇ ਬੱਚੇ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਕਿਹਾ ਗਿਆ, ਪਹਿਲਾਂ ਵੀ ਜਿਸ ਤਰੀਕੇ ਦੇ ਜੇ ਪਹਿਲੇ ਅਸੀਂ ਵੀ ਦੇਖੇ ਜਾਵੇ ਕਿ ਪਹਿਲੇ ਜਿਹੜੇ ਪੇਪਰ ਦਿੱਤੇ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਸਰਕਾਰਾਂ ਕੋਈ ਹੋਰ ਫੈਸਲਾ ਵੀ ਲੈ ਸਕਦੀ ਹੈ, ਪਰ ਉਹਨਾਂ ਵੱਲੋਂ ਖਾਸ ਹਦਾਇਤਾਂ ਦਿੱਤੀ ਗਈ ਕਿ ਤੁਹਾਨੂੰ 1 ਤਰੀਕ ਨੂੰ ਇੱਥੇ ਪਹੁੰਚਣਾ ਹੀ ਪਏਗਾ। ਕਿ ਤੁਸੀਂ ਕੋਈ ਹੋਰ ਜਿਹੜੀ ਆਪਸ਼ਨ, ਜਿਸ ਤਰ੍ਹਾਂ ਕਿ ਭਾਈ ਉਹਨਾਂ ਨੇ ਦੱਸਿਆ ਕਿ ਕੋਈ ਹੋਰ ਆਪਸ਼ਨ ਹੋਵੇ, ਕਿ ਤੁਸੀਂ ਕੀ ਚਾਹੁੰਦੇ ਜੀ ਉਹਦੇ ਵਿੱਚ? ਸਰ ਅਸੀਂ ਚਾਹੁੰਦੇ ਹਾਂ ਕਿ ਜਾਂ ਫਿਰ ਪ੍ਰੋਜੈਕਟ ਬੇਸ ਤੇ ਜਾਂ ਫਿਰ ਰਿਸਰਚ ਤੇ ਬੱਚਿਆਂ ਨੂੰ ਅੱਗੇ ਕਲਾਸ ਕਰ ਦਿੱਤਾ ਜਾਵੇ, ਤੇ ਜਾਂ ਫਿਰ ਪ੍ਰੀਵੀਅਸ ਜਿਹੜੇ ਬੱਚੇ ਆਲ ਕਲੀਅਰ ਨੇ ਉਸ ਬੇਸ ਤੇ ਉਹਨਾਂ ਨੂੰ ਅਗਲੀ ਕਲਾਸ ਤੇ ਮਤਲਬ ਪ੍ਰਮੋਟ ਕਰ ਦਿੱਤਾ ਜਾਵੇ। ਬਿਲਕੁਲ ਅਗਲੀ ਕਲਾਸ ਦੇ ਉੱਤੇ ਜੀ ਕਿਉਂਕਿ ਸਾਡੇ ਘਰ ਵੀ ਛੋਟੇ ਬੱਚੇ ਵੀ ਨੇ, ਵੱਡੇ ਵੀ ਨੇ। ਅਸੀਂ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰ ਰਹੇ, ਅਸੀਂ ਆਪਣੇ ਘਰਦਿਆਂ ਨਾਲ ਵੀ ਖਿਲਵਾੜ ਕਰ ਰਹੇ ਹਾਂ ਜੇ ਅਸੀਂ ਪੇਪਰ ਦੇਣ ਆਉਂਦੇ ਹਾਂ। ਤੇ ਬਿਲਕੁਲ ਖਤਰਾ ਹਰ ਇੱਕ ਵਾਸਤੇ ਬਣਿਆ ਹੋਇਆ, ਇਹ 'ਚ ਕੋਈ ਸ਼ੱਕ ਨਹੀਂ, ਹਰ ਇੱਕ ਵਾਸਤੇ ਖਤਰਾ ਬਣਿਆ। ਅਸੀਂ ਪੁਲਿਸ ਮਹਿਕਮਾ ਲਗਾ ਲਈਏ, ਡਾਕਟਰ ਲਗਾ ਲਈਏ, ਸਫਾਈ ਕਰਮਚਾਰੀ ਲਗਾ ਲਈਏ, ਹਰ ਕਿਸੇ ਦੇ ਵਾਸਤੇ ਖਤਰਾ ਜਿਹੜਾ ਵਾ ਸਿਰ ਚੜ੍ਹ ਕੇ ਬੋਲਦਾ ਪਿਆ। ਤੇ ਅਸੀਂ ਇਹ ਜ਼ਰੂਰ ਕਵਾਂਗੇ ਕਿ ਸਟੂਡੈਂਟ ਵੀ ਕਿਤੇ ਨਾ ਕਿਤੇ ਆਪਣੀ ਜਾਨ ਨੂੰ ਬਚਾਉਣ ਦੀ ਕੋਸ਼ਿਸ਼, ਇਹੋ ਹੀ ਕੋਸ਼ਿਸ਼ ਸਾਡੇ ਵਾਸਤੇ ਕਿ ਅਸੀਂ ਕਿਤੇ ਨਾ ਕਿਤੇ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਰਹੀਏ। ਕੀ ਕਹਿਣਾ ਚਾਹੁੰਦੇ? ਨਾਮ ਕੀ ਤੁਹਾਡਾ? ਮੇਰਾ ਨਾਮ ਗੁਰਲੀਨ ਸਿੰਘ ਹੈ। ਕੀ ਕਰ ਰਹੇ ਹੋ ਤੁਸੀਂ? ਮੈਂ LLB ਫਾਈਨਲ ਈਅਰ ਦਾ ਸਟੂਡੈਂਟ ਹਾਂ, ਖਾਲਸਾ ਕਾਲਜ ਆਫ ਲਾਅ ਤੋਂ ਪਾਸ ਆਊਟ ਕਰ ਰਹੇ ਹਾਂ। ਤੇ ਮੰਗ ਇਹੀ ਹੈ ਕਿ ਜਿਵੇਂ ਕਿ ਸਾਡੇ ਏਰੀਆ ਦੇ ਵਿੱਚ ਹੀ ਇੱਕ ਕੇਸ ਨਿਕਲਿਆ ਜਿਹਦੇ ਨਾਲ ਕੋਵਿਡ-19 ਦੇ ਥਰੂ ਉਹਨਾਂ ਦੀ ਡੈਥ ਹੋਈ ਹੈ। ਉਹਨਾਂ ਦੀ ਵਾਈਫ ਨੂੰ ਰਾਮਦਾਸ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ, ਉਹਨਾਂ ਨੂੰ ਵੀ ਕਰੋਨਾ ਤੇ ਇਲਾਕਾ ਸੀਲ ਕਰ ਦਿੱਤਾ ਗਿਆ। ਤੇ ਬਸ ਹੁਣ ਇਹੀ ਮੰਗ ਕਰਦੇ ਹਾਂ ਕਿ ਸਾਡੇ ਪੇਪਰ ਨੇ ਜਾਂ ਤੇ ਪੋਸਟਪੋਨ ਕੀਤੇ ਜਾਣ ਤੇ ਜਾਂ ਕੈਂਸਲ ਕੀਤੇ ਜਾਣ, ਤੇ ਜਾਂ ਇਹਦਾ ਇੱਕ ਆਲਟਰਨੇਟਿਵ ਇਹੀ ਹੈ
ਕਿ ਜਦ ਪ੍ਰੀਵੀਅਸ ਈਅਰ ਰਿਕਾਰਡ ਦੇ ਹਿਸਾਬ ਦੇ ਨਾਲ ਸਾਨੂੰ ਪਾਸ ਕੀਤਾ ਜਾਵੇ, ਜਾਂ ਕੋਈ ਰਿਸਰਚ ਜਾਂ ਕੋਈ ਪ੍ਰੋਜੈਕਟ ਵਰਕ ਜਾਂ ਕੋਈ ਅਸਾਈਨਮੈਂਟਸ ਸਬਮਿਟ ਕਰਵਾ ਦਿੱਤੀਆਂ ਜਾਣ ਯੂਨੀਵਰਸਿਟੀ ਨੂੰ, ਤਾਂ ਕਿ ਉਹਨਾਂ ਨੂੰ ਵੀ ਸੌਖਾ ਹੋ ਜਾਏ ਤੇ ਸਾਨੂੰ ਵੀ ਸੌਖਾ ਹੋ ਜਾਏ ਕਿ ਹਾਂ ਵੀ ਸਾਨੂੰ ਪੇਪਰ ਦੇਣ ਨਹੀਂ ਜਾਣਾ ਪਏਗਾ ਤੇ ਸਾਨੂੰ ਵੀ ਖਤਰੇ ਤੋਂ ਦੂਰ ਹੋ ਜਾਵਾਂਗੇ। ਬਿਲਕੁਲ ਦਿਨ ਥੋੜੇ ਰਹਿ ਚੁੱਕੇ ਨੇ, ਕਿ ਸਰਕਾਰਾਂ ਤੱਕ ਤੁਹਾਡੀ ਆਵਾਜ਼ ਪਹੁੰਚ ਜਾਏਗੀ। ਸਰ ਆਪਾਂ ਤਾਂ ਕੀਤੀ ਹੈ, ਦੇਖੋ ਹੁਣ ਸਰਕਾਰ ਕੀ ਮਤਲਬ ਫੈਸਲਾ ਕਰਦੇ ਆ। ਸੋ ਸਰਕਾਰਾਂ ਦੇ ਫੈਸਲੇ ਦਾ ਇੰਤਜ਼ਾਰ ਹੈ ਇਹਨਾਂ ਨੂੰ ਕਿ ਸਰਕਾਰਾਂ ਹੁਣ ਕੀ ਫੈਸਲਾ ਲੈਂਦੀਆਂ ਨੇ। ਸਰਕਾਰਾਂ ਦੇ ਫੈਸਲੇ ਦਾ ਇੰਤਜ਼ਾਰ ਹੈ, ਪਰ ਲੱਗਦਾ ਹੈ ਕਿ ਅੱਜ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਦੇ ਪਏ, ਉਹਦੇ ਵਿੱਚ ਸਰਕਾਰਾਂ ਦੀ ਜਿਹੜੀ ਤੁਹਾਡੀ ਆਵਾਜ਼ ਹੈ ਸਰਕਾਰਾਂ ਤੱਕ ਪਹੁੰਚੇਗੀ ਤੇ ਜਲਦ ਤੋਂ ਜਲਦ ਫੈਸਲਾ ਲਿੱਤਾ ਜਾਏਗਾ, ਕਿਉਂਕਿ ਦਿਨ ਥੋੜੇ ਰਹਿ ਚੁੱਕੇ ਨੇ। ਦੇਖੋ ਜੀ, ਸਾਡੀ ਤਾਂ ਵੱਧ ਤੋਂ ਵੱਧ ਕੋਸ਼ਿਸ਼ ਸੀ, ਅਸੀਂ ਚਿੱਠੀਆਂ ਰਾਹੀਂ ਵੀ ਕੀਤਾ, ਹਾਰ ਕੇ ਸਾਨੂੰ ਮੀਡੀਆ ਦੇ ਰਾਹੀਂ ਆਪਣੀ ਜਿਹੜੀ ਆਵਾਜ਼ ਹੈ ਉਹਨਾਂ ਤੱਕ ਪਹੁੰਚਾਉਣੀ ਪੈ ਰਹੀ ਹੈ। ਤੇ ਮੈਂ ਉਮੀਦ ਕਰਦਾ ਜੇ ਮੀਡੀਆ ਸਾਥ ਦੇਗਾ ਤੇ ਸਾਡੀ ਆਵਾਜ਼ ਉੱਤੇ ਪਹੁੰਚੇਗੀ, ਕੋਈ ਨਾ ਕੋਈ ਇਹਦਾ ਹੱਲ ਤੇ ਕੱਢਣਾ ਹੀ ਪੈਣਾ। ਦੇਖੋ ਇੱਕ ਮਜਬੂਰੀ ਹੈ, ਇੱਕ ਪਾਸੇ ਅਸੀਂ 4-4 ਮਹੀਨੇ ਤੋਂ ਘਰੋਂ ਨਹੀਂ ਨਿਕਲੇ ਹੋਏ, ਇਹ ਜਿੰਨੇ ਸਟੂਡੈਂਟਸ ਅੱਜ ਇੱਥੇ ਇਕੱਠੇ ਹੋਏ ਨੇ 4 ਮਹੀਨੇ ਬਾਅਦ ਆਪਸ 'ਚ ਇੱਕ ਦੂਸਰੇ ਦੀ ਸ਼ਕਲ ਦੇਖ ਰਹੇ ਨੇ। ਤੇ ਸਾਨੂੰ ਉਮੀਦ ਹੈ ਕਿ ਸਰਕਾਰ ਇੱਕ ਪਾਸੇ ਕੈਪਟਨ ਸਾਹਿਬ ਨੇ 30 ਤਰੀਕ ਨੂੰ ਇੱਕ ਮੀਟਿੰਗ ਰੱਖੀ ਹੋਈ ਜੀ, ਉਹਦੇ ਡਿਸਾਈਡ ਕੀਤਾ ਜਾਏਗਾ। 1 ਜੁਲਾਈ ਨੂੰ ਪੇਪਰ ਹੈ, 30 ਤਰੀਕ ਨੂੰ ਆਪਾਂ ਉਹਦੀ ਮੀਟਿੰਗ ਰੱਖ ਲਏ ਆ। ਆਪਾਂ ਉਹਦੇ ਤੇ ਕਿੰਨਾ ਕੁ ਮਤਲਬ ਚੀਜ਼ ਜਾਇਜ਼ ਹੈਗੀ ਹੈ ਕਿ ਇੱਕ ਦਿਨ ਪਹਿਲੇ ਮੀਟਿੰਗ ਰੱਖ ਕੇ ਪੇਪਰ ਕੈਂਸਲ ਹੋਣਗੇ। ਇਹਦਾ ਮਤਲਬ ਕਿ ਇਮੀਡੀਏਟਲੀ ਡਿਸੀਜਨ ਲਿਆ ਜਾਏਗਾ ਕਿ ਕੀ ਕੀਤਾ ਜਾਏਗਾ ਸਟੂਡੈਂਟ ਵਾਸਤੇ, ਕਿਉਂਕਿ ਸਟੂਡੈਂਟ ਦੀ ਜਿਹੜੀ ਮੰਗ ਹੈ ਕਿ ਇਹ ਪੇਪਰ ਜਿਹੜੇ ਨੇ ਉਹ ਅਗਾਂਹ ਕਰ ਦਿੱਤੇ ਜਾਣ, ਪਰ ਇੰਤਜ਼ਾਰ ਜਿਹੜਾ ਹੈ ਉਹ ਥੋੜਾ ਹੀ ਰਹਿ ਚੁੱਕਿਆ ਵਾ। ਹੁਣ ਦੇਖਦੇ ਹਾਂ ਕਿ ਫਾਈਨਲ ਕੀ ਕੀਤਾ ਜਾਂਦਾ, ਕੀ ਮੰਗ ਕਰਦੇ ਜੇ ਤੇ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਭ ਤੋਂ ਪਹਿਲੀ ਜਿਹੜੀ ਗੱਲ ਹੈਗੀ ਆ, ਸਾਡੇ ਇਸ ਅੰਮ੍ਰਿਤਸਰ ਦੇ ਵਿੱਚ ਬੜੇ ਹੀ ਜ਼ਿਆਦਾ ਕੰਟੇਨਮੈਂਟ ਜ਼ੋਨ ਬਣ ਗਏ ਆ। ਬਹੁਤ ਜ਼ਿਆਦਾ ਕੋਵਿਡ ਦੇ ਪੇਸ਼ੈਂਟ ਸਾਡੇ ਸਾਹਮਣੇ ਆ ਰਹੇ, ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਚੁੱਕਾ। ਜਿੱਥੇ ਵਿਦਿਆਰਥੀਆਂ ਦੀ ਗੱਲ ਹੈ, ਅੱਜ ਜਦੋਂ ਮੇਰੇ ਤੱਕ ਗੱਲ ਪਹੁੰਚੀ ਹੈ, ਮੈਂ ਡੇਲੀ ਪੋਸਟ ਦੇ ਨਾਲ ਵੀ ਗੱਲ ਕੀਤੀ। ਆਪ ਜੀ ਧੰਨਵਾਦ ਹੈ ਕਿ ਤੁਸੀਂ ਸਟੂਡੈਂਟ ਇੱਥੇ ਨਿਤਰਿਓ ਖੜੇ ਹੋਏ ਹੋ। ਹੈਗੀ ਆ ਸਾਡੇ ਸਟੇਟ ਦੇ ਜਿਹੜੇ ਨੈਸ਼ਨਲ ਲੈਵਲ ਦੇ ਲੀਡਰਸ ਵੀ ਨੇ, ਉਹਨਾਂ ਨੇ ਸਿਟੀਜ਼ ਹੈਗੀਆਂ, ਜਿਵੇਂ ਕਿਹਾ ਜਾਂਦਾ ਨਾ ਕਿ ਇਹ ਨਾਮ ਕਾ ਦਰਿਆ ਹੈ, ਰਵਾਨੀ ਨਹੀਂ ਰੱਖਤਾ, ਬਾਦਲ ਹੈ ਬੇਫੈਜ਼, ਇਹ ਪਾਣੀ ਨਹੀਂ ਰੱਖਤਾ। ਇਹਨਾਂ ਯੂਨੀਵਰਸਿਟੀਜ਼ ਨੂੰ, ਇਹਨਾਂ ਕਾਲਜਿਸ ਨੂੰ ਸਟੂਡੈਂਟਸ ਦੇ ਨਾਲ, ਵਿੱਦਿਆ ਦੇ ਨਾਲ ਕੋਈ ਲੈਣ ਦੇਣ ਦਾ ਮਸਲਾ ਨਹੀਂ ਹੈਗਾ। ਜਿਵੇਂ ਅਸੀਂ ਜਾਣਦੇ ਹਾਂ ਕਿ ਮਾਰਚ ਤੋਂ ਹੀ, ਜਦੋਂ ਤੋਂ ਹੀ ਕੋਵਿਡ-19 ਕਰਕੇ ਜਿਹੜਾ ਲਾਕਡਾਊਨ ਪੂਰੇ ਸੂਬੇ ਦੇ ਵਿੱਚ ਔਰ ਦੇਸ਼ ਦੇ ਵਿੱਚ ਲੱਗ ਗਿਆ ਸੀ, ਉਸ ਦਿਨਾਂ ਦੇ ਉੱਤੇ, ਉਹਨਾਂ ਦਿਨਾਂ ਤੋਂ ਜਿਹੜਾ ਇਹਨਾਂ ਦੀ ਕਲਾਸਿਸ ਨਹੀਂ ਲੱਗੀਆਂ, ਇਹਨਾਂ ਨੇ ਜੁਆਇਨ ਨਹੀਂ ਕੀਤਾ, ਕਿਸੇ ਤਰ੍ਹਾਂ ਦੀ ਪੜ੍ਹਾਈ ਨਹੀਂ ਕਰਾਈ ਗਈ। ਔਰ ਆਨਲਾਈਨ ਕਲਾਸਿਸ ਦੇ ਨਾਮ ਦੇ ਉੱਤੇ ਬਹੁਤ ਸਾਰੇ ਛੋਟੇ-ਛੋਟੇ ਲਿੰਕਸ ਇਹਨਾਂ ਨੂੰ ਭੇਜ ਦਿੱਤੇ ਗਏ, ਜਿਹੜੇ ਘਰਾਂ ਦੇ ਵਿੱਚ ਬਹਿ ਕੇ, ਮੈਂ ਇਹ ਸਮਝਦਾ ਕਿ ਬਹੁਤ ਸਾਰੇ ਜਿਹੜੇ ਮਿਡਲ ਕਲਾਸ ਔਰ ਲੋਅਰ ਮਿਡਲ ਕਲਾਸ ਨਾਲ ਸੰਬੰਧਿਤ ਸਟੂਡੈਂਟ ਹੈਗੇ ਆ, ਇਹਨਾਂ ਦੇ ਵੀ ਵਪਾਰਕ ਢਾਂਚੇ ਜਿਹੜੇ ਆ, ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਵੀ ਬੜੀਆਂ ਸੱਟਾਂ ਵੱਜੀਆਂ। ਮੈਂਟਲ ਟਾਰਚਰ ਇਹਨਾਂ ਨੇ ਫੀਲ ਕੀਤਾ, ਹੈਲਥ ਇਸ਼ੂਜ਼ ਬਣ ਜਾਂਦੇ ਨੇ। ਘਰ ਦੇ ਵਿੱਚ ਰਹਿ ਕੇ ਫਿਰ ਪੜ੍ਹਾਈ ਕਰਨ ਦਾ ਜਿਹੜਾ ਉਹ ਕਿਤੇ ਸਵਾਲ ਹੀ ਪਤਾ ਨਹੀਂ ਹੁੰਦਾ। ਇਹਨਾਂ ਵਿਦਿਅਕ ਅਦਾਰਿਆਂ ਨੇ ਇਹਨਾਂ ਦੀ ਸਪੋਰਟ ਕੀ ਕਰਨੀ ਸੀ, ਇਹਨਾਂ ਦੇ ਮਸਲੇ ਦੇ ਹੱਲ ਕੀ ਕਰਨੇ ਸੀ, ਇਹਨਾਂ ਨੂੰ ਸੰਵੇਦਨਾ ਕੀ ਦੇਣੀ ਸੀ। ਔਰ ਤੁਸੀਂ ਇੱਕ ਪ੍ਰਮੁੱਖ ਤੌਰ ਦੇ ਉੱਤੇ ਇੱਕ ਪੁਆਇੰਟ ਜਿਹੜਾ ਨੋਟਿਸ ਕਰਨ ਵਾਲਾ ਹੈਗਾ ਕਿ ਜਿਹੜੇ ਐਗਜ਼ਿਟ ਬੈਚਸ ਹੈਗੇ ਆ, ਐਗਜ਼ਿਟ ਕਲਾਸਿਸ ਹੈਗੀਆਂ, ਜਿਨ੍ਹਾਂ ਦਾ ਫਾਈਨਲ ਈਅਰ ਹੈਗਾ, ਜਿਨ੍ਹਾਂ ਨੇ ਪਾਸ ਆਊਟ ਹੋ ਕੇ ਆਪਣੇ ਜੀਵਨ ਦੇ ਅਗਲੇ ਪੜਾਅ ਦੇ ਉੱਤੇ ਜਾਣਾ, ਸਿਰਫ ਉਹਨਾਂ ਨੂੰ ਹੀ ਇਹ ਬਾਉਂਡ ਕੀਤਾ ਗਿਆ ਕਿ 1 ਤਰੀਕ ਨੂੰ ਆ ਕੇ ਉਹ ਆਪਣੇ ਐਗਜ਼ਾਮਸ ਦੇਣ ਔਰ ਪਰਚੇ ਦੇਣ। ਉਸ ਦਾ ਪ੍ਰਮੁੱਖ ਕਾਰਨ ਇਹ ਹੈਗਾ ਜਿਹੜੇ ਪਿਛਲੇ ਕਲਾਸਿਸ ਹੈਗੀਆਂ ਉਹਨਾਂ ਨੂੰ ਅਲੱਗ-ਅਲੱਗ ਜਿਹੜੇ ਵਿਜੀਲੈਂਟ ਜਿਹੜੇ ਰਿਕੁਆਇਰਡ ਮੈਥਡਸ ਹੈਗੇ ਉਹ ਇਸਤੇਮਾਲ ਕਰਕੇ ਜਿਹੜਾ ਉਹਨਾਂ ਨੂੰ ਪਾਸ ਆਊਟ ਕਰ ਦਿੱਤਾ ਗਿਆ। ਪਰ ਜਿਹੜੇ ਐਗਜ਼ਿਟ ਬੈਚਸ ਹੈਗੇ ਆ ਉਹਨਾਂ ਦੇ ਐਗਜ਼ਾਮ ਮੈਂਡੇਟਰੀ ਕਰ ਦਿੱਤੇ ਗਏ, ਜਿੱਥੇ ਉਹਦਾ ਵੇਖੋ ਸਭ ਤੋਂ ਵੱਡੀ ਗੱਲ ਹੈਗੀ ਆ ਇਹਨਾਂ ਵਿਦਿਅਕ ਅਦਾਰਿਆਂ ਨੂੰ ਮੈਂ ਦਿਲ ਤੇ ਨਹੀਂ ਕਰਦਾ, ਬਾਅਦ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਜਿਹੜੇ ਉੱਪਰਲੇ ਬੈਠੇ ਅਹੁਦੇਦਾਰ ਹੈਗੇ, ਨਾਮ ਕੀ ਲੈਣਾ ਕਿਸੇ ਦਾ, ਪਰ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਉਹ ਇਦਾਂ ਦਾ ਵਤੀਰਾ ਸਟੂਡੈਂਟਸ ਦੇ ਨਾਲ ਰੱਖ ਰਹੇ। ਸਿਰਫ ਐਗਜ਼ਿਟ ਕਲਾਸਿਸ ਲਾਸਟ ਈਅਰ ਵਾਲਿਆਂ ਨੂੰ ਜਿਹੜਾ ਧੱਕਾ ਮਾਰ ਕੇ ਉਹ ਬਾਹਰ ਕੱਢਣਾ ਚਾਹੁੰਦੇ ਆ, ਹੋਰ ਕੋਈ ਮੈਥਡ ਅਪਲਾਈ ਨਹੀਂ ਕਰ ਸਕਦੇ। ਇਹ ਵੀ ਅਸੀਂ ਜਾਣਦੇ ਹਾਂ ਕਿ ਜਿਹੜਾ ਆਨਲਾਈਨ ਹਰ ਬੱਚੇ ਦਾ ਐਕਸੈਸ ਨਹੀਂ ਹੋ ਸਕਦਾ। ਪਿੰਡਾਂ 'ਚ ਵੀ ਜਾਂਦੇ ਨੇ ਬੱਚੇ, ਦੂਰੋਂ ਆਉਂਦੇ ਨੇ, ਕਿਤੋਂ ਨਾ ਕਿਤੋਂ ਆਉਂਦੇ ਨੇ। ਪਰ ਜੇ ਇੰਟਰਾ ਸਟੇਟ ਟਰੈਵਲ ਤੇ ਰੋਕ ਹੈਗੀ ਆ, ਜੇ ਕਰਫਿਊ ਵਾਲੇ ਦਿਨ ਸੈਟਰਡੇ ਔਰ ਸੰਡੇ ਜਿਹੜਾ ਰੋਕ ਹੈਗੀ ਆ, ਈ ਪਾਸਿਸ ਦੀ ਲੋੜ ਹੁੰਦੀ ਆ, ਸ਼ਾਪਿੰਗ ਮਾਲਸ ਬੰਦ ਹੈਗੇ, ਦੁਕਾਨਾਂ ਬੰਦ ਹੈਗੀਆਂ, ਹਰ ਤਰ੍ਹਾਂ ਦੀ ਜਿਹੜੀ ਆਵਾਜਾਈ ਦੇ ਉੱਤੇ ਰੋਕ ਲੱਗ ਜਾਂਦੀ ਆ। ਤੇ ਇਹ ਬੱਚੇ ਜਿਹੜੇ ਅੱਗੇ ਹੀ ਬੜੇ ਮੈਂਟਲ ਟਾਰਚਰ ਤੇ ਹੈਲਥ ਇਸ਼ੂਜ਼ ਤੋਂ ਸਸਟੇਨ ਕਰਦੇ ਹੋਏ ਅੱਗੇ ਆਏ ਨੇ, ਆਪਣੀ ਪੜ੍ਹਾਈ ਦਾ ਇਹਨਾਂ ਨੂੰ ਕੋਈ ਸਾਧਨ ਨਹੀਂ ਮਿਲਿਆ, ਕਿਸੇ ਤਰ੍ਹਾਂ ਵੀ ਕਾਲਜ, ਸਕੂਲ, ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਸਪੋਰਟ ਨਹੀਂ ਕੀਤਾ। ਪਰ ਇੱਕ ਇਸ 1 ਜੁਲਾਈ ਨੂੰ ਪੇਪਰ ਦਾ ਟਕੌਂਜ ਰੱਖ ਕੇ ਇਹਨਾਂ ਨੂੰ ਬਾਹਰ ਕੱਢਣ ਦੀ ਜਿਹੜੀ ਇੱਕ ਮੈਂ ਸਾਜ਼ਿਸ਼ ਹੀ ਕਹਾਂਗਾ ਇਹਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲਾਸਟ ਈਅਰ ਦੇ ਸਟੂਡੈਂਟ ਹੈਗੇ ਆ, ਆਪਣੇ ਕੋਲੋਂ ਫਾਹ ਲਾਓ, ਇਹਨਾਂ ਦੇ ਐਗਜ਼ਾਮਸ ਲਵੋ ਤੇ ਇਹਨਾਂ ਨੂੰ ਬਾਹਰ ਕੱਢੋ, ਪਾਸ ਆਊਟ ਕਰੋ। ਪਰ ਜਿੱਥੇ ਅਰਾਊਂਡ ਅਬਾਊਟ ਮੇਰੀ ਇਹਨਾਂ ਨਾਲ ਗੱਲ ਹੋਈ ਆ, 48 ਸਟੂਡੈਂਟਸ ਇਹਨਾਂ ਦੀ ਕਲਾਸ ਦੇ ਵਿੱਚ ਹੈਗੇ ਆ, ਜਿਹਦੇ ਵਿੱਚੋਂ ਅਰਾਊਂਡ ਹਾਫ ਜਿਹੜੇ ਆ ਉਹ ਬਾਹਰਲੇ ਜ਼ਿਲ੍ਹਿਆਂ ਤੋਂ ਆਉਂਦੇ ਆ। ਕੋਈ ਸੰਗਰੂਰ ਤੋਂ ਆਉਂਦਾ, ਕੋਈ ਲੁਧਿਆਣੇ ਤੋਂ ਆਉਂਦਾ, ਕੋਈ ਹੁਸ਼ਿਆਰਪੁਰ ਤੋਂ ਆਉਂਦਾ, ਕੋਈ ਤਰਨਤਾਰਨ ਤੋਂ ਆਉਂਦਾ। ਇਹਨਾਂ ਵਿੱਚੋਂ ਇੱਕ ਵਿਦਿਆਰਥੀ ਅਜਿਹਾ ਵੀ ਹੈਗਾ
ਜਿਹਦੀ ਗਲੀ ਦੇ ਵਿੱਚ ਹੀ ਕੋਵਿਡ-19 ਦੇ ਨਾਲ ਜਿਹੜੀ ਇਸ ਪੈਂਡੈਮਿਕ ਦੇ ਨਾਲ ਮੌਤ ਹੋਈ ਹੈ ਔਰ ਉਹਨਾਂ ਦੀ ਸਾਰੀ ਗਲੀ ਜਿਹੜੀ ਆ ਕੁਆਰੰਟੀਨ ਕੀਤੀ ਗਈ ਸੀ, ਹੁਣ ਵੀ ਕੁਆਰੰਟੀਨ ਦੇ ਵਿੱਚ ਹੀ ਹੈਗੇ ਨੇ। ਫਿਰ ਉੱਦਾਂ ਦੇ ਮਾਮਲਾ ਦੇ ਵਿੱਚ ਉਹ ਜਿਹੜੇ ਪੈਰੈਂਟਸ ਹੈਗੇ ਉਹ ਆਪਣੇ ਬੱਚੇ ਨੂੰ ਕਿਵੇਂ ਐਗਜ਼ਾਮ ਦੇਣ ਲਈ ਭੇਜ ਸਕਦੇ ਨੇ। ਸੋ ਇਹ ਸਾਰਾ ਵਤੀਰਾ ਇਹਨਾਂ ਕਾਲਜਿਸ ਦਾ, ਇਹਨਾਂ ਯੂਨੀਵਰਸਿਟੀਜ਼ ਦਾ, ਬਹੁਤ ਸਾਰੇ ਵੇਖੋ ਸਮਾਜ ਸੇਵਕ, ਬਹੁਤ ਸਾਰੇ ਪੋਲੀਟੀਕਲ ਸਿਸਟਮ ਦੇ ਵਿੱਚ ਜਿੱਥੇ ਲੋਕਾਂ ਨੂੰ ਆਪਣੀਆਂ ਲੋੜਾਂ, ਆਪਣੀਆਂ ਵੋਟਾਂ, ਆਪਣੀਆਂ ਮੰਗਾਂ ਪੂਰੀ ਕਰਨ ਦੀ ਹਿੱਤ ਹੁੰਦਾ, ਲੋਕਾਂ ਦੇ ਹੱਕ ਦੇ ਵਿੱਚ ਆ ਜਾਂਦੇ ਆ। ਪਰ ਵਿਦਿਆਰਥੀ ਦੇ ਪਿੱਛੇ ਕੋਈ ਨਹੀਂ ਆ ਕੇ ਰਾਜੀ ਹੈਗਾ, ਕਿਉਂਕਿ ਉਹਨਾਂ ਨੂੰ ਜਿਹੜਾ ਸੰਦੇਸ਼ ਮੇਨ ਇਹ ਸਮਝ ਆਉਂਦੀ ਆ ਕਿ ਇਹਨਾਂ ਨੇ ਕਿਸੇ ਤਰ੍ਹਾਂ ਦੀ ਅਜੇ ਵੋਟ ਨਹੀਂ ਦੇਣੀ, ਅਜੇ ਕਿਸੇ ਤਰ੍ਹਾਂ ਦੇ ਇਹਨਾਂ ਨੂੰ ਇਨਕਲਾਈਨ ਨਹੀਂ ਹੁੰਦੇ ਕਿਸੇ ਤਰੀਕੇ ਵਾਲੇ ਸਟੂਡੈਂਟ ਹੁੰਦੇ ਆ। ਪਰ ਜੇ ਲਾਅ ਦੇ ਵਿਦਿਆਰਥੀ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ, ਦੇਸ਼ ਨੂੰ, ਵਰਲਡ ਵਾਈਡ ਜਿਹੜਾ ਲੋਕਾਂ ਨੂੰ ਇਨਸਾਫ ਦਿਵਾਉਣਾ, ਕਾਨੂੰਨ ਦੀ ਪਾਲਣਾ ਕਰਦੇ ਆ, ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਹਰ ਵਿਦਿਆਰਥੀ ਜਿਹੜਾ ਬੜਾ ਬਾਏ ਰੈਗੂਲੇਸ਼ਨਸ ਐਂਡ ਬਾਏ ਰੂਲਸ ਇੱਥੇ ਪਹੁੰਚਿਆ ਹੈਗਾ। ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਕੀਤੀ ਹੈਗੀ ਆ। ਸੋ ਇਦਾਂ ਦੀਆਂ ਸਾਰੀਆਂ ਗੱਲਾਂ ਇਹਨਾਂ ਨੇ ਆਪਣੇ ਉੱਤੇ ਜੇ ਲਾਗੂ ਕੀਤੀਆਂ, ਇਹ ਬੜੇ ਬਾਖੂਬੀ ਤਰੀਕੇ ਦੇ ਨਾਲ ਸਮਝਦੇ ਨੇ, ਜਾਗਰੂਕ ਨੇ, ਪੜ੍ਹੇ ਲਿਖੇ ਨੇ ਔਰ ਬਹੁਤ ਸਾਰੇ ਜਿਹੜੇ ਇਹਨਾਂ ਵਿੱਚੋਂ ਸੀਨੀਅਰਸ ਵੀ ਹੈਗੇ ਨੇ ਜਿਹੜੇ ਆਪਣੇ ਛੋਟੇ ਵਿਦਿਆਰਥੀਆਂ ਦੀ ਸਪੋਰਟ ਕਰਦੇ ਆ। ਜਿਵੇਂ ਗਗਨ ਬਾਲੀ ਜੀ ਵੀ ਆਏ, ਇਹ ਸੀਨੀਅਰ ਨੇ, ਇਹਨਾਂ ਦੇ ਮਨ ਦੇ ਵਿੱਚ ਵੀ ਦੁੱਖ ਤਕਲੀਫ ਹੈਗੀ ਆ। ਇਹ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਬਿਨਾਂ ਪੜ੍ਹੇ ਜਾਂ ਬਿਨਾਂ ਐਗਜ਼ਾਮ ਦਿੱਤੇ ਹੀ ਪਾਸ ਕਰ ਦਿੱਤਾ ਜਾਵੇ। ਕੋਈ ਇੱਥੇ ਛੋਲੇ ਵਿੱਚ ਨਹੀਂ ਆਏ, ਪੜ੍ਹਨ ਆਏ ਆ। ਬੇਸਿਕ ਜਿਹੜਾ ਇਹਨਾਂ ਦਾ ਇਸ਼ੂ ਹੈਗਾ, ਇਹ ਅੱਛੇ ਐਡਵੋਕੇਟ ਬਣਨ ਆਏ ਆ, ਲਾਇਰ ਬਣਨ ਆਏ, ਇਹਨਾਂ ਨੂੰ ਲੋਕਾਂ ਨੂੰ ਇਨਸਾਫ ਦੇਣਾ। ਪਰ ਜੇ ਅਜਿਹੀ ਮਹਾਮਾਰੀ ਪੈਂਡੈਮਿਕ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਜਿਹੜਾ ਬਾਰ-ਬਾਰ ਵਾਰਨ ਕਰ ਚੁੱਕਾ ਹਰ ਇੱਕ ਨੂੰ, ਸੂਬਿਆਂ ਦੇ ਵਿੱਚ, ਸਟੇਟ ਦੇ ਵਿੱਚ, ਖਾਸ ਕਰ ਅੰਮ੍ਰਿਤਸਰ, ਜਲੰਧਰ, ਇਹਦੇ ਵਿੱਚ ਬਹੁਤ ਵੱਡੇ ਕੇਸਿਸ ਜਿਹੜੇ ਸਾਡੇ ਸਾਹਮਣੇ ਆ ਰਹੇ ਆ। ਜੇ ਔਰ ਮੈਂ ਇਹਨਾਂ ਪ੍ਰਤਾੜਨਾ ਦੇਣਾ ਚਾਹੁੰਦਾ ਇਹਨਾਂ ਯੂਨੀਵਰਸਿਟੀਜ਼ ਨੂੰ, ਇਹਨਾਂ ਕਾਲਜਿਸ ਨੂੰ, ਜੇ ਤੁਸੀਂ ਐਗਜ਼ਾਮਸ, ਸਿਆਣੇ ਬੰਦੇ ਦੀ ਗੱਲ ਨਹੀਂ ਮੰਨਦੇ, ਕਿਸੇ ਦੀ, ਵਿਦਿਆਰਥੀਆਂ ਦੀ ਗੱਲ ਨਹੀਂ ਮੰਨਦੇ, ਪਰ ਜੇ ਐਗਜ਼ਾਮਸ ਦੇ ਵਿੱਚ ਕਿਸੇ ਟੀਚਰ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਕੋਵਿਡ ਦਾ, ਜਾਂ ਕਿਸੇ ਸਟੂਡੈਂਟਸ ਜ਼ਿੰਮੇਵਾਰੀ ਤੈਅ ਕਰਨ ਕਿ ਇਹ ਪ੍ਰਿੰਸੀਪਲ ਦੀ ਅਫੀਸ਼ੀਅਲ ਬਿਆਨ ਅਜੇ ਤੱਕ ਨਹੀਂ ਕਿਹਾ ਕਿ ਜੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ ਤੇ ਇਸ ਦੇ ਵਿੱਚ ਜਵਾਬਦੇਹੀ ਕਿਸ ਦੀ ਹੋਏਗੀ। ਸਰਕਾਰਾਂ ਵੀ ਜਿਹੜੀਆਂ ਨਾ, ਉਹ ਕਹਿੰਦੇ ਮਾਂ ਵੀ ਅੰਨੀ, ਧੀ ਵੀ ਅੰਨੀ, ਪਿਓ ਵੀ ਅੰਨਾ, ਤੇ ਅੰਨਾ ਇਹ ਜਵਾਈ ਰੱਬ ਨੇ ਸਾਨੂੰ ਭਾਗ ਲਾਇਆ, ਨਹੁੰ ਵੀ ਅੰਨੀ ਆਈ। ਸੋ ਉਹਦਾ ਭਾਵ ਇਹ ਆ ਕਿ ਇਹ ਸਰਕਾਰਾਂ ਜਿਸ ਤਰ੍ਹਾਂ ਕਿ ਇਹਨਾਂ ਦਾ ਵੀ ਜੋ ਯੋਗਦਾਨ ਹੈ ਆਮ ਲੋਕਾਂ ਨੂੰ ਬਚਾਉਣ ਦੇ ਵਿੱਚ, ਉਹ ਹੀ ਸਮਝ ਪਾ ਰਹੇ ਆ। ਵਿਦਿਅਕ ਅਦਾਰੇ ਵੀ ਕੈਲਕੂਲੇਸ਼ਨਾਂ ਦੇ ਵਿੱਚ ਜੁੜ ਗਏ ਨੇ, ਆਪਣੀਆਂ ਅਗਲੀਆਂ ਐਡਮਿਸ਼ਨਸ ਦੇ ਵਿੱਚ ਜੁੜ ਗਏ ਨੇ, ਜ਼ਿਆਦਾ ਤੋਂ ਜ਼ਿਆਦਾ ਇਨਟੇਕ ਕਰਨ ਦੇ ਵਿੱਚ ਜੁੜ ਗਏ ਨੇ। ਇਹਨਾਂ ਨੂੰ ਜਿਹੜਾ ਧੱਕੇ ਮਾਰ ਕੇ ਜ਼ਬਰਦਸਤੀ ਐਗਜ਼ਾਮਸ ਲੈਣ ਦੇ ਵਿੱਚ ਉਹਨਾਂ ਦੀ ਸਾਰੀ ਪਲੈਨਿੰਗ ਹੈਗੀ ਆ। ਜੋ ਜਿੱਥੇ ਤੱਕ ਸਾਡੀ ਵਾਹ ਹੋਏਗੀ, ਅਸੀਂ ਮਿਨਿਸਟਰਸ ਨੂੰ ਵੀ ਕਹਿੰਦੇ ਆ, ਅਸੀਂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਕਹਿਣਾ ਚਾਹੁੰਦੇ ਆ, ਬੇਸ਼ੱਕ ਇਹ ਰੈਗੂਲੇਸ਼ਨਸ ਐਕਟ ਹੈਗੇ ਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰੈਗੂਲੇਸ਼ਨ ਐਕਟ ਹੈਗਾ 1969 ਦੇ ਵਿੱਚ, ਉਹਦੇ ਵਿੱਚ ਬਹੁਤ ਸਾਰੇ ਰਿਵਿਊ ਕਰਕੇ ਇਹਨਾਂ ਸਾਰੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ, ਸੁਣ ਕੇ, ਇਹਨਾਂ ਦੀ ਮੰਗ ਕੋਈ, ਇਹਨਾਂ ਨੇ ਕਿਸੇ ਕੋਲੋਂ ਕੁਝ ਲੈਣਾ ਨਹੀਂ, ਕੋਈ ਨੌਕਰੀ ਨਹੀਂ ਮੰਗੀ ਹੈਗੀ ਜਾਂ ਆਪਣੇ ਮਫਾਦ ਦੀ ਕੋਈ ਗੱਲ ਨਹੀਂ ਕੀਤੀ। ਇਹਨਾਂ ਨੇ ਉਹੀ ਗੱਲ ਕੀਤੀ ਹੈ ਜਿਹੜੀ ਲੋਕ ਹਿੱਤ ਦੀ ਹੈਗੀ ਆ, ਜਿਹੜੀ ਸੈਂਟਰ ਗਵਰਨਮੈਂਟ ਕਹਿ ਰਹੀ ਆ, ਸਟੇਟ ਗਵਰਨਮੈਂਟ ਦੀ ਜਿਹੜੀ ਐਡਵਾਈਜ਼ਰੀਜ਼ ਜਾਰੀ ਹੁੰਦੀਆਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਰਹੋ, ਸੇਫ ਰਹੋ। ਇੱਕ ਸਮੈਸਟਰ ਦੇ ਐਗਜ਼ਾਮ ਦੀ ਜੀ ਜਾਂਚ ਸਮਝ ਸਕਦੇ ਹੋ ਕਿ ਬਹੁਤ ਸਾਰੇ ਜਿਹੜੀ ਸਾਡੇ ਸਪੈਸ਼ਲੀ ਇੰਡੀਆ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ, ਉਹ ਹਾਈ ਡੈਂਸਿਟੀ ਪਾਪੂਲੇਸ਼ਨ ਹੈਗੀ, ਛੋਟੇ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਆ। ਪਰ ਇਹ ਪੋਸੀਬਲ ਬੇਸ਼ੱਕ ਨਹੀਂ ਹੈਗਾ ਕਿ ਹਰੇਕ ਬੰਦੇ ਦਾ ਟੈਸਟ ਕੀਤਾ ਜਾਵੇ, ਪਰ ਜਿੱਥੇ ਸਮੇਂ ਸਿਰ ਕੋਈ ਕੁਆਰੰਟੀਨ ਰੂਲਸ ਨੂੰ ਬ੍ਰੇਕ ਕਰਦਾ, ਕੋਈ ਹੋਰ ਤਰ੍ਹਾਂ ਦੇ ਰੂਲਸ ਨੂੰ ਬ੍ਰੇਕ ਕਰਦਾ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ, ਕੋਈ ਮੈਡੀਕਲ ਟ੍ਰੀਟਮੈਂਟ ਨਹੀਂ, ਫਿਰ ਉਹ ਕਿਹਾ ਜਾਂਦਾ ਨਾ ਕਿ ਸਰਕਾਰਾਂ ਕਿਸ ਤਰ੍ਹਾਂ ਬਲਫ ਕਰਦੀਆਂ ਆਮ ਜਨਤਾ ਨੂੰ। ਜਿਵੇਂ ਅਸੀਂ ਨਾਰਮਲੀ ਕਹਿੰਦੇ ਨਾ ਕਿ ਫਲਸਫੀ ਕੋ ਬਹਿਸ ਕੇ ਅੰਦਰ ਖੁਦਾ ਮਿਲਤਾ ਨਹੀਂ, ਡੋਰ ਕੋ ਸੁਲਝਾ ਰਹਾ ਹੈ ਔਰ ਸਿਰਾ ਮਿਲਤਾ ਨਹੀਂ। ਜਦੋਂ ਇਸ ਬਿਮਾਰੀ ਦਾ, ਇਸ ਪੈਂਡੈਮਿਕ ਦਾ ਸਿਰਾ ਹੀ ਨਹੀਂ ਫੜਿਆ ਗਿਆ, ਅਸੀਂ ਕਿਸ ਤਰ੍ਹਾਂ ਨਿਰਧਾਰਿਤ ਕਰ ਸਕਦੇ ਹਾਂ ਕਿ ਇਹਦੀ ਮੈਡੀਸਨ ਇਹ ਹੋ ਸਕਦੀ ਆ, ਕਿਸ ਤਰ੍ਹਾਂ ਨਿਰਧਾਰਿਤ ਕਰ ਸਕਦੇ ਕਿ ਇਹਨਾਂ ਪ੍ਰੀਕਾਸ਼ਨਸ ਨੂੰ ਲੈ ਕੇ ਹੀ ਜਿਹੜਾ ਉਹ ਅਸੀਂ ਇਹਨਾਂ ਦੀ ਰੋਕਥਾਮ ਕਰ ਸਕਦੇ ਹਾਂ। ਬੇਸ਼ੱਕ ਮਾਸਕ ਦੀ ਵੀ ਗੱਲ ਹੈਗੀ ਆ, ਅਮਰੀਕਨ ਬਹੁਤ ਸਾਰੀ ਅਸੈਂਬਲੀਜ਼ ਦੇ ਵਿੱਚ ਜਿਹੜੇ ਅਸੀਂ ਮਾਸਕ ਯੂਜ਼ ਕਰਦੇ ਹਾਂ N95 ਜਾਂ ਹੋਰ ਤਰ੍ਹਾਂ ਦੇ ਲੰਬੇ ਸਮੇਂ ਤੇ ਵਰਤਨ ਤੇ ਵੀ ਇਹਦੇ ਉੱਤੇ ਬਹੁਤ ਸਾਰਾ ਵਿਰੋਧ ਕੀਤਾ ਗਿਆ। ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ, ਲੋਕਾਂ ਨੂੰ ਜਿਹੜਾ ਉਹਦਾ ਪ੍ਰੋਪਰ ਕੋਈ ਟ੍ਰੀਟਮੈਂਟ ਨਹੀਂ ਮਿਲਦਾ, ਉਹਨਾਂ ਨੂੰ ਸਹਾਇਤਾ ਨਹੀਂ ਮਿਲਦੀ। ਹਾਂ, ਲੋਕਾਂ ਦੀ ਵੀਡੀਓਜ਼ ਬਣਾ ਕੇ, ਲੋਕਾਂ ਨੂੰ ਸ਼ੇਮਿੰਗ ਕਰਕੇ, ਪਬਲਿਕ ਸ਼ੇਮਿੰਗ ਕਰਕੇ, ਲੋਕਾਂ ਨੂੰ ਡਰਾ ਧਮਕਾ ਕੇ, ਪੁਲਿਸ ਉੱਥੇ ਐਂਬੂਲੈਂਸ ਲਾ ਕੇ 10-10 ਬੰਦੇ ਲਿਜਾ ਕੇ ਜਿਹੜਾ ਉਸ ਬੰਦੇ ਨੂੰ ਚੁੱਕ ਕੇ ਲਿਆਉਂਦੇ ਨੇ, ਔਰ ਸਾਰੇ ਸ਼ਹਿਰ ਦੇ ਵਿੱਚ, ਸਾਰੇ ਸੂਬੇ ਦੇ ਵਿੱਚ, ਸਾਰੇ ਦੇਸ਼ ਦੇ ਵਿੱਚ ਉਹਦੀ ਮਸ਼ਹੂਰੀ ਕਰਦੇ ਆ ਕਿ ਉਹ ਕੋਵਿਡ-19 ਦੇ ਨਾਲ ਗ੍ਰਸਤ ਹੋ ਗਿਆ। ਜਿੱਥੇ ਅਸੀਂ ਕਿਸੇ ਨੂੰ ਫੋਨ ਵੀ ਕਰਦੇ ਹਾਂ ਤੇ ਕਾਲਰ ਟਿਊਨ ਆਉਂਦੀ, ਸਾਨੂੰ ਕੋਈ ਭੇਦਭਾਵ ਨਹੀਂ ਕਰਨਾ, ਸਾਨੂੰ ਕੋਈ ਉਹਨੂੰ ਮਾੜੇ ਵਿਚਾਰ ਨਹੀਂ ਐਸੇ ਪੇਸ਼ੈਂਟ ਨੂੰ ਲੈ ਕੇ ਆਉਣੇ। ਪਰ ਸਾਡਾ ਜਿਹੜਾ ਇੱਕ ਪ੍ਰਚਾਰ ਪ੍ਰਸਾਰ ਕਰਨ ਦਾ ਤਰੀਕਾ ਜਿਹੜਾ ਬਣ ਗਿਆ ਸਰਕਾਰਾਂ ਦਾ, ਉਹ ਆਪਣੇ ਆਪ 'ਚ ਹੀ ਬਲਫ ਕਰਨ ਵਾਲਾ ਹੈਗਾ। ਸਟੂਡੈਂਟਸ ਦੀ ਜੇ ਅਸੀਂ ਗੱਲ ਦੇਖ ਲਈਏ, ਇਹ ਵੀ ਇੱਕ ਤਰ੍ਹਾਂ ਦਾ ਬਲਫ ਹੈ। ਸਰਕਾਰੀ ਅਦਾਰੇ ਹੀ ਨੇ, ਇਹਨਾਂ ਦੇ ਵੀ ਟੈਕਨੀਕਲ ਐਜੂਕੇਸ਼ਨ ਦੇ ਵੀ ਮਿਨਿਸਟਰਸ ਨੇ, ਦੂਜੀ ਐਜੂਕੇਸ਼ਨ ਦੇ ਮਿਨਿਸਟਰਸ ਨੇ, ਬਾਰ ਕਾਉਂਸਲ ਆਫ ਇੰਡੀਆ। ਕੀ ਇਹ ਬਲਫ ਨਹੀਂ ਕਿ ਸਰਕਾਰ ਜੋ ਐਡਵਾਈਜ਼ਰੀ ਜਾਰੀ ਕਰਦੀ ਹੈ ਉਹਦੇ ਬਿਲਕੁਲ ਹੀ ਉਲਟ ਜਿਹੜਾ ਹੈ ਪਹਿਲੀ ਤਰੀਕ ਨੂੰ ਐਗਜ਼ਾਮ ਰੱਖ ਦਿੰਦੇ ਆ। ਇਹ ਸਟੂਡੈਂਟ ਫਿਰ ਕੀ ਕਰਨਗੇ? ਇਹ ਸਾਰਾ ਹੀ ਮੈਂ ਇਹ ਸਮਝਦਾ ਹਾਂ ਕਿ ਜੇ ਵਾਕਈ ਸਿਰਾ ਨਹੀਂ ਫੜਿਆ ਗਿਆ ਕਿਸੇ ਗੱਲ ਦਾ, ਸਰਕਾਰਾਂ ਨੂੰ ਚਾਹੀਦਾ ਇਮਾਨਦਾਰੀ ਦੇ ਨਾਲ
ਆਪਣੀ ਗੱਲ ਕਹਿਣ, ਲੋਕਾਂ ਦੇ ਉਸ ਗੱਲ ਦਾ ਅਸਰ ਹੋਵੇ। ਨਹੀਂ ਤੇ ਫਿਰ ਲੋਕ ਜਿਹੜੇ ਆਰਥਿਕ ਤੰਗੀ ਤੋਂ, ਸਮਾਜਿਕ ਤੰਗੀ ਤੋਂ, ਪਬਲਿਕ ਸ਼ੇਮਿੰਗ ਤੋਂ, ਜਾਂ ਫਿਰ ਹੋਰ ਸਾਰੀਆਂ ਬਹੁਤ, ਜਿੱਥੇ ਦੇਖੋ ਕਾਰੋਬਾਰ ਲੋਕਾਂ ਦੇ ਬੰਦ ਹੈਗੇ ਆ, ਜਿਹੜੇ ਇਹ ਸਟੂਡੈਂਟ ਹੈਗੇ ਇਹਨਾਂ ਦੇ ਮਾਪਿਓ ਵੀ ਬਹੁਤ ਸਾਰੇ ਕਾਰੋਬਾਰ ਕਰਦੇ ਹੋਣਗੇ, ਹੋ ਸਕਦਾ ਕਿਸੇ ਦੀ ਦੁਕਾਨ ਹੈ, ਕਿਸੇ ਦਾ ਹੋਰ ਕੋਈ ਕਿੱਤਾ ਹੈਗਾ, ਉਹ ਹੋ ਸਕਦਾ ਅੱਗੇ ਹੀ ਬੜੇ ਮੈਂਟਲ ਪ੍ਰੈਸ਼ਰ ਦੇ ਵਿੱਚ ਹੋਣ, ਪੜਾਇਆ ਤੁਸੀਂ ਉਹਨਾਂ ਨੂੰ ਹੈ ਨਹੀਂ। ਇਸੇ ਤਰੀਕੇ ਨਾਲ ਹਸਪੀਟਲਸ ਦੇ ਵਿੱਚ ਇਹਨਾਂ ਨੂੰ ਲਿਜਾਣ ਦੀ ਬੰਦਿਆਂ ਨੂੰ ਚੱਕ ਕੇ ਕਾਹਲੀ ਹੁੰਦੀ ਹੈ ਕਿ ਚੁੱਕ ਕੇ ਲੈ ਜਾਓ, ਉਸ ਤੋਂ ਬਾਅਦ ਉਹਦਾ ਕੀ ਇਲਾਜ ਕਰਨਾ ਇਹਨਾਂ ਨੂੰ ਪਤਾ ਹੀ ਨਹੀਂ। ਇਹ ਮੈਂ ਸਮਝਦਾ ਕਿ ਵਾਕਈ ਇਹਦਾ ਕੋਵਿਡ-19 ਦਾ ਕੋਈ ਪਰਫੈਕਸ਼ਨ ਦੇ ਵਿੱਚ ਟ੍ਰੀਟਮੈਂਟ ਨਹੀਂ ਹੈਗਾ, ਵੈਲਿਡ ਟ੍ਰੀਟਮੈਂਟ ਨਹੀਂ ਹੈਗਾ। ਕੁਆਰੰਟੀਨ ਹੀ ਇਹਦਾ ਇੱਕ ਤਰੀਕਾ ਹੈਗਾ, ਤੇ ਜਦੋਂ ਕੁਆਰੰਟੀਨ ਹੀ ਤਰੀਕਾ ਤੇ ਸਟੂਡੈਂਟਸ ਜੇ ਆਪਣੇ ਘਰ ਬੈਠੇ ਨੇ, ਜੇ ਪੜ੍ਹ ਰਹੇ ਨੇ, ਇਹ ਵੀ ਤਾਂ ਲਾਅ ਕਰਨ ਆਏ ਆ, ਤੇ ਇਹ ਆਪਣੇ ਘਰ ਬੈਠੇ ਨੇ, ਇਹ ਮਾੜਾ। ਜਦੋਂ ਸਰਕਾਰ ਹੀ ਇਹ ਕਹਿ ਰਹੀ ਹੈ ਕਿ ਇਹਦਾ ਤਰੀਕਾ ਹੀ ਕੁਆਰੰਟੀਨ ਹੈ, ਸੈਲਫ ਆਈਸੋਲੇਸ਼ਨ ਹੈਗਾ, ਤੁਸੀਂ ਇਹਨਾਂ ਨੂੰ ਜ਼ਬਰਦਸਤੀ ਘਰੋਂ ਬਾਹਰ ਕੱਢ ਕੇ ਕਿਉਂ ਲੈ ਕੇ ਆ ਰਹੇ ਹੋ? ਜੇ ਇਹ 3rd ਈਅਰ ਤੱਕ ਪਹੁੰਚ ਗਏ ਜਾਂ ਜਿਹੜੇ ਵੀ ਈਅਰ ਤੱਕ ਪਹੁੰਚ ਗਏ, ਇਹ ਪੇਪਰ ਹੀ ਦੇ ਕੇ ਪਹੁੰਚੇ ਆ, ਬਗੈਰ ਪੇਪਰਾਂ ਤੋਂ ਨਹੀਂ ਪਹੁੰਚੇ। ਪਰ ਇਸ ਪੈਂਡੈਮਿਕ ਦੇ ਸਮੇਂ ਦੇ ਵਿੱਚ ਜਿਹੜਾ ਇੰਟਰਨੈਸ਼ਨਲੀ ਵਰਲਡ ਵਾਈਡ ਹੀ ਬੜਾ ਵੱਧ ਰਿਹਾ ਔਰ ਇਹਦੀ ਕੋਈ ਨਬਜ਼ ਨਹੀਂ ਫੜੀ ਗਈ, ਤੇ ਉਸ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਬੁਲਾਉਣਾ ਬਹੁਤ ਘਾਤਕ ਸਾਬਤ ਹੋ ਸਕਦਾ। ਮੈਂ ਇਹਨਾਂ ਨੂੰ ਵਾਰਨ ਕਰਨਾ ਚਾਹੁੰਦਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨੂੰ, ਸੰਧੂ ਸਾਹਿਬ ਨੂੰ, ਔਰ ਪ੍ਰਿੰਸੀਪਲ ਸਾਹਿਬ ਜਿਹੜੇ ਖਾਲਸਾ ਕਾਲਜ ਆਫ ਲਾਅ ਦੇ ਵੀ ਹੈਗੇ ਆ, ਕਿ ਆਪਣੇ ਦਿਮਾਗ ਤੋਂ ਕੰਮ ਲੈਣ, ਆਪਣੀ ਅਕਲ ਤੋਂ ਕੰਮ ਲੈਣ। ਇਹ ਨਾ ਹੋਵੇ ਕਿ ਲੋਕਾਂ ਲਈ ਮਿਸਾਲਾਂ ਹੋਣ ਤੇ ਆਪ ਜੋ ਮਰਜ਼ੀ ਕਰਦੇ ਫਿਰਨ। ਇਹ ਸੋਚ ਸਮਝ ਕੇ ਵਿਚਾਰ ਕੇ ਇਹਨਾਂ ਗਰੀਬ ਬੱਚੇ, ਮੈਂ ਇਹਨਾਂ ਨੂੰ ਗਰੀਬ ਕਹਾਂਗਾ ਕਿਉਂਕਿ ਸਟਰਗਲ ਲਾਈਫ ਤੇ ਇਹਨਾਂ ਦੀ ਅੱਗੋਂ ਸ਼ੁਰੂ ਹੋਣੀ, ਲਾਅ ਕਰਨ ਆਏ ਆ, ਸੋ ਇਸ ਕਰਕੇ ਇਹਨਾਂ ਦੀ ਸੁਣਨ, ਇਹਨਾਂ ਦੇ ਵਿਚਾਰ ਕਰਨ। ਪੇਪਰ ਇਹ ਨਹੀਂ ਕਹਿ ਰਹੇ ਨਾ ਲਏ ਜਾਣ, ਉੱਦਾਂ ਪਾਸ ਕਰਨ, ਕੋਈ ਹੋਰ ਮੈਥਡ ਜਾਂ ਘੱਟੋ ਘੱਟ ਜੇ ਇਹਨਾਂ ਦੀ ਕਾਬਲੀਅਤ ਦੇ ਅੰਦਰ ਇਹ ਗੱਲ ਨਹੀਂ ਆਉਂਦੀ ਸਮਝ ਦੇ ਵਿੱਚ, ਤੇ ਪੋਸਟਪੋਨ ਕਰ ਸਕਦੇ, ਹੋਰ ਕਿਸੇ ਠੀਕ ਸਮੇਂ ਦੇ ਉੱਤੇ ਇਹਨਾਂ ਦੇ ਐਗਜ਼ਾਮਸ ਲਏ ਜਾ ਸਕਦੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦਾ। ਅਸੀਂ ਉਮੀਦ ਕਰਦੇ ਹਾਂ ਸਰਕਾਰਾਂ ਕੋਲੋਂ ਕਿ ਇਸ ਖਬਰ ਨੂੰ ਨਸ਼ਰ ਕਰਨ ਤੋਂ ਬਾਅਦ ਸਰਕਾਰਾਂ ਕੋਈ ਫੈਸਲਾ ਲੈਣਗੀਆਂ ਤੇ ਇਮੀਡੀਏਟਲੀ ਫੈਸਲਾ ਲੈਣਗੀਆਂ, ਕਿਉਂਕਿ ਜਿਸ ਤਰ੍ਹਾਂ 30 ਤਰੀਕ ਦਾ ਕਿਹਾ ਗਿਆ ਕਿ 30 ਤਰੀਕ ਨੂੰ ਫਾਈਨਲ ਕੀਤਾ ਜਾਏਗਾ ਕਿ 1 ਤਰੀਕ ਨੂੰ ਪੇਪਰ ਹੋਣੇ ਆ ਜਾਂ ਨਹੀਂ ਹੋਣੇ। ਪਰ ਹੁਣ ਜੇਕਰ ਇਹ ਖਬਰ ਨਸ਼ਰ ਹੁੰਦੀ ਆ, ਜੇ ਸਰਕਾਰਾਂ ਇਮੀਡੀਏਟਲੀ ਕੋਈ ਫੈਸਲਾ ਲੈਂਦੀਆਂ ਤੇ ਵੈਲ ਐਂਡ ਗੁੱਡ, ਪਰ ਜੇਕਰ ਸਰਕਾਰਾਂ ਫੈਸਲਾ ਕੋਈ ਨਹੀਂ ਲੈਂਦੀਆਂ ਤੇ ਇਹਨਾਂ ਸਟੂਡੈਂਟ ਦਾ ਭਵਿੱਖ ਜਿਹੜਾ ਹੈ ਉਹ ਕੀ ਬਣੇਗਾ, ਉਹ ਦੇਖਣ ਵਾਲੀ ਗੱਲ ਹੋਏਗੀ। ਕਿਉਂਕਿ ਇਹਨਾਂ ਸਟੂਡੈਂਟ ਦੇ ਦਿਲ ਵਿੱਚ ਸਿਰਫ ਇਹੋ ਹੀ ਗੱਲ ਹੈ ਕਿ ਜੇਕਰ ਕਰੋਨਾ ਮਹਾਮਾਰੀ ਦੇ ਨਾਲ ਹਰ ਕੋਈ ਆਪਣੇ ਆਪਣੇ ਘਰ ਦੇ ਵਿੱਚ ਬੰਦ ਹੈ, ਤੇ ਜੇਕਰ ਸਰਕਾਰਾਂ ਵੱਲੋਂ ਜਾਂ ਫਿਰ ਯੂਨੀਵਰਸਿਟੀਆਂ ਵੱਲੋਂ ਖੁਦ ਹੀ ਕਿਹਾ ਜਾਂਦਾ ਕਿ ਤੁਸੀਂ ਇੱਥੋਂ ਘਰਾਂ ਚੋਂ ਬਾਹਰ ਨਿਕਲੋ, ਬਾਹਰ ਨਿਕਲ ਕੇ ਤੁਸੀਂ ਇੱਥੇ ਆ ਕੇ ਪੇਪਰ ਦਿਓ, ਤੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।